ਸਾਖੀ ਸ੍ਰੀ ਮੁਕਵਾਕ ਪਾਤਸ਼ਾਹੀ 10ਵੀਂ। ਗੁਰੂ ਜੀ ਅਨੰਦਪੁਰ ਖੁਸ਼ੀ ਸੇ ਬੈਠੇ। ਸਿੱਖਾਂ ਪੁੱਛਿਆ, ਗੁਰੂ ਜੀ ਸਿੱਖਣੀ ਦਾ ਆਨੰਦ ਪੜ੍ਹਨ ਦੀ ਮਰਿਆਦਾ ਦੱਸੋ। ਬਚਨ ਹੁਆ, ਸਾਰੀ ਜਪਜੀ ਪੜ੍ਹੋ, ਸਾਰਾ ਆਨੰਦ ਪੜ੍ਹੋ, ਘਿਓ ਦੀ ਹੂਤੀ ਪਾਓ, ਨਾਰੇਲ ਬਸਤਰ ਭੇਟਾ ਰੱਖ ਕੇ ਸਿੱਖ ਸਿੱਖਣੀ ਕੋ ਅੰਮ੍ਰਿਤ ਛਕਾਓ। ਪਰ ਜੋ ਅੱਗੇ ਅੰਮ੍ਰਿਤ ਨਾ ਛਕਾ ਹੋਵੇ, ਜਬ ਸਿੱਖਣੀ ਤੋਂ ਪੁੱਛਣਾ, ਪਹਿਲਾ ਖੋਦ ਤੇਰਾ ਜੀਵਨ ਹੈ। ਜੇਕਰ ਜੀਵਦਾ ਹੋਵੇ ਜਾਂ ਆਪਣੀ ਖੁਸ਼ਬਰਜਾ ਨਾਲ ਉਹ ਕਹਿ ਦੇਵੇ ਤਾਂ ਆਨੰਦ ਪੜ੍ਹਨਾ, ਐਵੇਂ ਨਹੀਂ ਪੜ੍ਹਨਾ। ਜਾਂ ਉਸ ਦਾ ਖਾਵਦ ਨਾ ਹੋਵੇ ਤਾਂ ਆਨੰਦ ਪੜ੍ਹਨਾ ਚਾਹੀਏ। ਫਿਰ ਸਿੱਖ ਅਰਜ਼ ਕੀਤੀ, ਗੁਰਾਂ ਬਚਨ ਕੀਤਾ, ਸਿੱਖੋ ਕਾਬਲ ਗੁਰੂ ਜੀ ਕਾ ਕੋਟ ਹੈ, ਦਰਸ਼ਨ ਕਰੀਏ। ਗੁਰੂ ਜੀ ਸ਼ਲੋਕ ਪੜ੍ਹਿਆ, ਪੌਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕਹਿ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਦ ਪੜ੍ਹ ਕੇ ਭੋਗ ਪਾਇਆ ਤੇ ਫਤਿਹ ਵਾਹਿਗੁਰੂ ਜੀ ਕੀ ਬੁਲਾਈ, ਐਸੇ ਗੁਰੂ ਜੀ ਜੋਤ ਦਿਖਾਈ, ਕਲਾ ਨਜ਼ਰ ਆਈ, ਕਾਬਲ ਦਿਸਣ ਲੱਗ ਪਿਆ, ਢੇਰ ਨਾ ਲੱਗੀ। ਕਾਬਲ ਵਿਖੇ ਗੁਰੂ ਜੀ ਜਾ ਬੈਠੇ। ਸਿੱਖਾਂ ਅਰਜ਼ ਕੀਤੀ, ਮਹਾਰਾਜ ਅਸੀਂ ਤੁਰਕਾਨੀ ਧਰਤੀ ਵਿਖੇ ਬੈਠੇ ਹਾਂ। ਗੁਰਾਂ ਬਚਨ ਕੀਤਾ, ਹੌਲੀ ਹੌਲੀ ਖਾਲਸਾ ਸਭ ਜਗ੍ਹਾ ਪਹੁੰਚ ਜਾਏਗਾ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਸਿੱਖਾਂ ਫਿਰ ਅਰਜ਼ ਕੀਤੀ, ਗੁਰੂ ਜੀ ਸਾਡਾ ਰਾਜ ਕਦ ਹੋਵੇਗਾ। ਬਚਨ ਕੀਤਾ, ਸਿੱਖੋ ਜਦ ਗੁਰੂ ਜੀ ਕੀ ਰਹਿਤ ਮਰਿਆਦ ਰੱਖੋਗੇ ਤਾਂ ਰਾਜ ਕਰੋਗੇ। ਗੁਰੂ ਜੀ ਸਾਨੂੰ ਆਪਣੀ ਰਹਿਤ ਦੱਸੋ। ਸਿੱਖੋ ਗੁਰੂ ਕੀ ਬਾਣੀ ਪੜ੍ਹੀ ਜਾਵੋਗੇ, ਹੋਰਨਾਂ ਸ਼ਾਸਤਰਾਂ ਦਾ ਤਿਆਗ ਕਰੋ। ਕਥਾ ਗੁਰਾਂ ਦੀ ਸੁਣੋ, ਗੁਰਦੁਆਰੇ ਤੀਰਥ ਰੂਪ ਜਾਣੋ, ਆਪਣਾ ਸਰੂਪ ਸਿੰਘ ਜੈਸਾ ਰੱਖੋ। ਜਟਾਂ ਦੀ ਬੁੱਧ ਮੋਟੀ ਹੁੰਦੀ ਹੈ, ਤੁਰਕ ਜੈਸੀ ਤਹਿਮਤ ਕੋਈ ਨਾ ਬਣੋ। ਕੇਸ ਕਛ ਕੀ ਰਹਿਤ ਰੱਖੋ, ਲਾਵਾਂ ਗ੍ਰੰਥ ਸਾਹਿਬ ਦੀਆਂ ਪੜ੍ਹੋ, ਵਿਆਹ ਵੇਲੇ ਆਨੰਦ ਵੀ ਪੜ੍ਹੋ। ਪ੍ਰਾਣੀ ਦੇ ਮਗਰੋਂ ਗਰੜ ਦੀ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਓ। ਬਸਤਰ ਬਰਤਨ ਰੋਕ ਨਿਹੰਗ ਸਿੰਘਾਂ ਕੋ ਦੇਵੋ, ਝੂਠ ਚੋਰੀ ਨਿੰਦਿਆ ਨੂੰ ਤਿਆਗੋ। ਗਰੀਬਾਂ ਪਰ ਦਇਆ ਕਰਨੀ, ਵਿਸੇ ਵਿਕਾਰ ਥੀ ਬਚੋ, ਮਦਰ ਆਦਿਕ ਤਿਆਗੋ। ਆਪਸ ਵਿਖੇ ਵੈਰਵਾਦ ਨਾ ਕਰੋ, ਗਰੀਬ ਦੀ ਰੱਛਿਆ ਕਰੋ। ਸਿੱਖਾਂ ਪੁੱਛਿਆ, ਸਾਡੇ ਪਾਸ ਕੋਈ ਰਾਜ ਸਮਿਆਨ ਨਹੀਂ। ਬਚਨ ਹੁਆ, ਸਿੱਖੋ ਸਭ ਰਾਜਧਾਨੀ ਤੁਹਾਡੀ ਆਸਾ ਕਰੇਗੀ। ਸੂਰਜ ਕੀ ਨਿਆਈ ਤੁਹਾਡਾ ਤੇਜ ਪਸਰ ਜਾਏਗਾ। ਸਾਖੀ ਸ੍ਰੀ ਮੁਕਵਾਕ ਪਾਤਸ਼ਾਹੀ 10ਵੀਂ। ਸਤਿਗੁਰੂ ਸੱਚੇ ਪਾਤਸ਼ਾਹ ਅਨੰਦਪੁਰ ਜੀ ਦੁਆ ਲਾ ਬੈਠੇ। ਸੰਗਤ ਨੇ ਅਰਜ਼ ਕਰੀ, ਗੁਰੂ ਜੀ ਤੁਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਦੂਸਰੀ ਜਗ੍ਹਾ ਗ੍ਰੰਥ ਸਾਹਿਬ ਉਚਰਨ ਕੀਤਾ ਹੈ। ਸਿੱਖੋ ਜੀਵਾਂ ਦੇ ਉਧਾਰ ਵਾਸਤੇ ਕੀਤਾ ਹੈ। ਜੀਵਾਂ ਦੀ ਕਲਿਆਣ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ। ਤਾਂ ਫਿਰ ਸਿੱਖਾਂ ਅਰਜ਼ ਕੀਤੀ, ਸੱਚੇ ਪਾਤਸ਼ਾਹ ਜਦ ਅਸੀਂ ਮੁਸਾਫਰੀ ਵਿਖੇ ਅਥਵਾ ਘਰ ਵਿਖੇ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਚਾਹੀਏ ਤਾਂ ਮੁਸ਼ਕਲ ਹੁੰਦਾ ਹੈ। ਤਾਂ ਸਾਹਿਬਾਂ ਐਸਾ ਬਚਨ ਕੀਤਾ, ਸਿੱਖੋ ਜਨਮ ਸਾਖੀ ਅਰ ਗੁਰਬਿਲਾਸ ਅਰ ਧਰਮ ਸ਼ਾਸਤਰ ਜੋ ਹੈ, ਇਹਨਾਂ ਦਾ ਪਾਠ ਕਰੇ ਤਾਂ ਵੀ ਗੁਰਾਂ ਦੇ ਬਚਨਾਂ ਅਨੁਸਾਰ ਗੁਰਾਂ ਨੂੰ ਯਾਦ ਕਰੇਗਾ ਤਾਂ ਵੀ ਸਿੱਖ ਦਾ ਉਧਾਰ ਹੋਵੇਗਾ। ਇਹ ਗ੍ਰੰਥ ਜੋ ਹਨ ਸੋ
ਗੁਰਾਂ ਦੇ ਵਜ਼ੀਰ ਹੈਨ, ਧਰਮ ਦੀਆਂ ਮਰਿਆਦਾ ਬੰਦਦੇ ਹਨ। ਸਿੱਖਾਂ ਅਰਜ਼ ਕੀਤੀ, ਗੁਰੂ ਜੀ, ਮੈਂ ਅੰਮ੍ਰਿਤਸਰ ਜੀ ਵਿਖੇ ਪ੍ਰਾਣੀ ਦੇ ਫੁੱਲ ਪਾਏ ਸੀ। ਮਹਾਰਾਜ ਜੀ ਬਚਨ ਕੀਤਾ, ਸਿੱਖੋ, ਸ੍ਰੀ ਅੰਮ੍ਰਿਤਸਰ ਜੀ ਫੁੱਲ ਨਹੀਂ ਪਾਵਣੇ। ਇਹ ਅਦਬ ਦੀ ਜਗ੍ਹਾ ਹੈ। ਪ੍ਰਾਣੀ ਦੇ ਫੁੱਲ ਗੰਗਸਰ ਜੀ ਵਿਖੇ ਇਸ਼ਨਾਨ ਕਰਾ ਕੇ ਰਾਵੀ ਵਿਖੇ ਪ੍ਰਵਾਹ ਦੇਵਨੇ। ਸੱਚੇ ਪਾਤਸ਼ਾਹ ਜੀ ਆਪ ਦੇ ਜਿਹੜੇ ਸਾਹਿਬਜ਼ਾਦੇ ਹਨ, ਉਹ ਤੁਰਕਾਂ ਨੇ ਨੀਂਹ ਹੇਠ ਦੇ ਦਿਏ ਹਨ। ਮਹਾਰਾਜ ਜੀ, ਇਹਨਾਂ ਦਾ ਉਧਾਰ ਕਦ ਹੋਵੇਗਾ? ਮਹਾਰਾਜ ਬਚਨ ਕੀਤਾ, ਸਾਹਿਬਜ਼ਾਦੇ ਸਦਾ ਹੀ ਸੁਰਜੀਤ ਹਨ, ਉਹ ਮੋਏ ਨਹੀਂ, ਸ਼ਹੀਦ ਹਨ। ਸਿੱਖਾਂ ਅਰਜ਼ ਕੀਤੀ, ਸ਼ਹੀਦਾਂ ਨੂੰ ਬੁਲਾਓ, ਸਾਨੂੰ ਦਰਸ਼ਨ ਕਰਾਓ। ਤਾਂ ਮਹਾਰਾਜ ਅੱਗੇ ਸ਼ਹੀਦ ਆਣ ਬੈਠੇ। ਮਹਾਰਾਜ ਨੇ ਹੁਕਮ ਦਿੱਤਾ, ਆਪ ਯੁੱਧ ਕਰੋ, ਤੁਰਕਾਂ ਨੂੰ ਮਾਰੋ। ਇਹ ਬਚਨ ਸੁਣ ਕੇ ਸ਼ਹੀਦ ਅਲੋਪ ਹੋ ਗਏ। ਇਤਨੇ ਚਿਰ ਪਿੱਛੋਂ ਤੁਰਕਾਂ ਆਣ ਘੇਰਾ ਪਾਇਆ ਅਨੰਦਪੁਰ ਦੇ ਦੁਆਲੇ। ਤਾਂ ਸਿੱਖਾਂ ਗੁਰਾਂ ਅੱਗੇ ਜਾ ਕੇ ਬਚਨ ਸੁਣਾਇਆ, ਤੁਰਕਾਂ ਦੀ ਫੌਜ ਆਈ ਹੈ। ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ, ਤੁਸੀਂ ਜ਼ੋਰਾਵਰ ਸਿੰਘ ਫਤਿਹ ਸਿੰਘ ਜੀ ਦਾ ਨਾਮ ਲੈ ਕੇ ਅਰਦਾਸ ਕਰੋ, ਤਾਂ ਸ਼ਹੀਦਾਂ ਦੀ ਫੌਜਾਂ ਹਾਜ਼ਰ ਹੋਵਣਗੀਆਂ। ਤੁਸੀਂ ਯੁੱਧ ਕਰੋਗੇ, ਤੁਹਾਡੀ ਸਹਾਇਤਾ ਕਰਨਗੇ। ਸ਼ਿਵ ਜੀ, ਇੰਦਰ ਜੀ, ਹੋਰ ਕਈ ਲੱਖ ਸ਼ਹੀਦ ਆਏ, ਤੁਰਕਾਂ ਨਾਲ ਲੱਗੇ ਯੁੱਧ ਕਰਨੇ। ਸ਼ਹੀਦ ਆਪ ਦੀ ਸਹਾਇਤਾ ਕਰਨਗੇ, ਤੁਰਕ ਕੈਰ ਹੋ ਕੇ ਨਸ ਜਾਵਣਗੇ। ਸ਼ਹੀਦ ਕਤਲ ਕਰਕੇ ਅਲੋਪ ਹੋ ਗਏ। ਗੁਰੂ ਜੀ ਹੁਕਮ ਦਿੱਤਾ, ਮਸਾਲਾ ਬਾਲ ਕੇ ਤੁਰਕਾਂ ਦੀ ਲੋਥਾਂ ਨੂੰ ਦਾਗ ਲੇਵੋ। ਫਿਰ ਗੁਰਾਂ ਬਚਨ ਕੀਤਾ, ਸਿੱਖੋ, ਦਸਤਖਤੀ ਖੰਡੇ ਦਾ ਅੰਮ੍ਰਿਤ ਛਕੋ, ਅਰ ਛਕਾਵੋ, ਤੰਬਾਕੂ ਪੀਣ ਵਾਲੇ ਦਾ ਸੰਗ ਨਾ ਕਰੋ। ਤਾਂ ਸਿੱਖਾਂ ਫਿਰ ਅਰਜ਼ ਕੀਤੀ, ਮਹਾਰਾਜ, ਤੰਬਾਕੂ ਵਿਖੇ ਕੀ ਦੋਸ਼ ਹੈ? ਮਹਾਰਾਜ ਜੀ ਬਚਨ ਕੀਤਾ, ਤੰਬਾਕੂ ਗਊ ਦੇ ਰੁਦਰ ਥੀ ਬਣਿਆ ਹੈ, ਅਰ ਤੰਬਾਕੂ ਦਾ ਪੱਤਰ ਗਊ ਦੇ ਕੰਨ ਵਰਗਾ ਹੁੰਦਾ ਹੈ। ਗਊ ਦਾ ਪਿਸ਼ਾਬ ਤੰਬਾਕੂ ਜੈਸਾ ਕੌੜਾ ਹੁੰਦਾ ਹੈ। ਤਾਂ ਤੇ ਜਿਸ ਦਾ ਪੀਵਣਾ ਬਹੁਤ ਦੋਸ਼ ਹੈ, ਜੋ ਪੀਵਦਾ ਹੈ ਉਹ ਨਰਕਾਂ ਵਿਖੇ ਪਿਆ ਖਰਾਬ ਹੁੰਦਾ ਹੈ। ਤਾਂ ਫਿਰ ਸਿੱਖਾਂ ਅਰਜ਼ ਕੀਤੀ, ਇਸ ਦਾ ਉਧਾਰ ਕਿਸ ਤਰ੍ਹਾਂ ਹੋਵੇਗਾ? ਗੁਰਾਂ ਬਚਨ ਕੀਤਾ, ਗੰਗਾ ਗਿਆ ਇਸ਼ਨਾਨ ਕਰਕੇ, ਗੰਗਸਰ ਜੀ ਇਸ਼ਨਾਨ ਕਰਕੇ ਫਿਰ ਅੰਗੀਕਰਨ ਨਾ ਕਰਨਗੇ ਤਾਂ ਇਸ ਜੀਵ ਦਾ ਕਲਿਆਣ ਹੋਵੇਗਾ। ਜਿਸ ਕੋਲ ਫੁਰਸਤ ਨਾ ਹੋਵੇ ਗੰਗਾ ਗਿਆ ਜਾਵਣ ਦੀ, ਉਹ ਸ੍ਰੀ ਅੰਮ੍ਰਿਤਸਰ ਗੰਗਸਰ ਜੀ ਵਿਖੇ ਇਸ਼ਨਾਨ ਕਰੇ ਤਾਂ ਉਸ ਦੀ ਗਤੀ ਹੋਵੇਗੀ। ਸਿੱਖਾਂ ਅਰਜ਼ ਕੀਤੀ, ਸੱਚੇ ਪਾਤਸ਼ਾਹ, ਬਾਹਮਣ ਕਹਿੰਦੇ ਹਨ, ਗੰਗਾ ਗਿਆ ਨਹਾਵੀਏ ਤਾਂ ਗਤੀ ਹੋਵਦੀ ਹੈ, ਜੇ ਸਿਰ ਭਦਨ ਕਰਾਵੇ ਤਾਂ। ਗੁਰਬਚਨ ਕੀਤਾ, ਤੁਸੀਂ ਅੰਮ੍ਰਿਤ ਛਕ ਕੇ ਕੇਸਾਧਾਰੀ ਹੋ ਕੇ ਫਿਰ ਬਾਹਮਣਾ ਬਚਨ ਨਹੀਂ ਮੰਨੋਗੇ, ਤੁਹਾਡਾ ਉਧਾਰ ਹੋਵੇਗਾ। ਤੁਸੀਂ ਕੇਸਾ ਸੰਯੁਕਤ ਇਸ਼ਨਾਨ ਕਰੋ। ਕੇਸਾ ਸੰਯੁਕਤ ਹੀ ਅੰਮ੍ਰਿਤਸਰ ਅਰ ਗੰਗਸਰ ਵਿਖੇ, ਤਾਂ ਤੁਹਾਡੀ ਮੁਕਤ ਹੋਵੇਗੀ। ਜਿਤਨੇ ਤੀਰਥ ਹਨ ਗੰਗਸਰ ਅਰ ਅੰਮ੍ਰਿਤਸਰ ਜੀ ਵਿਖੇ ਨਿਵਾਸ ਕਰਦੇ ਹਨ, ਜੋ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਨਗੇ, ਕੁੱਲ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋਵੇਗਾ। ਸਿੱਖਾਂ ਫਿਰ ਅਰਜ਼ ਕੀਤੀ, ਸੱਚੇ ਪਾਤਸ਼ਾਹ, ਸਾਡੀ ਇਹ ਭਾਵਨਾ ਹੈ, ਹਰ ਵਕਤ ਦਰਸ਼ਨ ਆਪ ਦਾ ਕਰਦੇ ਰਹੀਏ। ਗੁਰਾਂ ਬਚਨ ਕੀਤਾ, ਜਿੱਥੇ ਧਰਮਸਾਲ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋਵੇ, ਉੱਥੇ ਮੇਰਾ ਦਰਸ਼ਨ ਹੋਵੇਗਾ। ਜਿਸ ਨੇ ਸਾਡੇ ਨਾਲ ਬਚਨ ਬਿਲਾਸ ਕਰਨੇ ਹੋਵਣ, ਉਹ ਪਾਠ ਕਰੇ, ਬਚਨ ਬਿਲਾਸ ਸਾਡੇ ਨਾਲ ਹੋਵਣਗੇ। ਜਿਸ ਨੇ ਦਸਵੰਧ ਭੇਟਾਂ ਦੇਵਣੀ ਹੋਵੇ, ਉਹ ਧਰਮਸਾਲ ਤੇ ਧਰਮਸਾਲ ਦੇ ਗ੍ਰੰਥੀ ਦੀ ਸੇਵਾ ਕਰੇ, ਉਸ ਦਾ ਦਸਵੰਧ ਸਾਨੂੰ ਪਹੁੰਚ ਜਾਵੇਗਾ।
ਧਰਮਸਾਲੀਆ ਉਹ ਹੋਵੇ ਜੋ ਵੰਡ ਛਕੇ, ਆਏ ਗਏ ਸਿੱਖ ਸਾਧ ਦੀ ਸੇਵਾ ਕਰੇ। ਜੋ ਸਿੱਖ ਸਰੀਰ ਤਿਆਗ ਜਾਵੇ, ਉਸ ਦੇ ਮਗਰੋਂ ਗ੍ਰੰਥ ਸਾਹਿਬ ਦਾ ਭੋਗ ਪਵਾ ਕੇ ਸੇਜਾ ਬਸਤਰਾਂ ਭੇਟਾ ਸੰਯੁਕਤ ਪੂਜਨ ਕਰੇ। ਸਿੱਖ ਨੂੰ ਸਹੰਸਰ ਗੁਣਾ ਹੋ ਕੇ ਮਿਲੇਗਾ। ਜੋ ਵਸਈ ਸ਼ਰਾਬੀ ਨੂੰ ਉਸਦੀ ਚੀਜ਼ ਦੇਵੇਗਾ, ਉਸਦੀ ਗਤੀ ਨਹੀਂ ਹੋਵੇਗੀ। ਨੜੀ ਮਾਰ ਬ੍ਰਾਹਮਣ ਹੋਵੇ ਅਰ ਆਚਾਰਜ ਹੋਵੇ, ਸਿੰਘ ਦੇ ਕਰਮ ਹੀ ਰਹਿਤ ਹੋਵੇ ਤਾਂ ਉਸ ਨੂੰ ਦਾਨ ਨਹੀਂ ਦੇਵਣਾ। ਦਾਨ ਦਿੱਤਾ ਨਿਸਫਲ ਜਾਵੇਗਾ। ਸਿੱਖਾਂ ਫਿਰ ਅਰਜ਼ ਕੀਤੀ, ਸੱਚੇ ਪਾਤਸ਼ਾਹ, 9 ਪਾਤਸ਼ਾਹੀਆਂ ਤੱਕ ਅੰਮ੍ਰਿਤ ਕਿਸੇ ਨਹੀਂ ਛਕਾਇਆ, ਤੁਸੀਂ ਅੰਮ੍ਰਿਤ ਛਕਾਉਂਦੇ ਹੋ। ਅੰਮ੍ਰਿਤ ਛਕਾਉਣ ਦਾ ਕੀ ਮਹੱਤਮ ਹੈ? ਮਹਾਰਾਜ ਬਚਨ ਕੀਤਾ, ਜਿਨ੍ਹਾਂ ਦੇ ਸਿਰ ਮੁੰਨੇ ਹੋਏ ਹਨ, ਜਦ ਉਹ ਮਰਦੇ ਹਨ ਤੇ ਉਹ ਪਰਲੋਕ ਵਿਖੇ ਜਾਂਦੇ ਹਨ, ਉਹਨਾਂ ਨੂੰ ਪਰਲੋਕ ਵਿਖੇ ਧੱਕੇ ਮਿਲਦੇ ਹੈ। ਸਤਿਗੁਰਾਂ ਕਿਹਾ, ਤੂੰ ਸਾਨੂੰ ਅੰਮ੍ਰਿਤ ਇਸ ਵਾਸਤੇ ਛਕਾਵਨੇ ਹਾਂ, ਤੁਸਾਂ ਨੂੰ ਪਰਲੋਕ ਵਿਖੇ ਧੱਕੇ ਨਾ ਮਿਲਣ। ਸਿੱਖਾਂ ਬਚਨ ਕੀਤਾ, ਮੋਨਿਆਂ ਨੂੰ ਧੱਕੇ ਕਿਸ ਕਰਕੇ ਮਿਲੇ? ਧਰਮਰਾਜ ਨੇ ਕਿਹਾ, ਮੇਰੀ ਆਗਿਆ ਨਹੀਂ ਮੰਨੀ ਇਹਨਾਂ ਨੇ। ਮੈਂ ਸਿਰ ਮੂੰਹ ਮੁੰਨ ਨਹੀਂ ਸਕਦਾ ਸਾਂ। ਮੈਂ ਜਟਾ ਜੂਟ ਇਹਨਾਂ ਨੂੰ ਮਾਤਲੂਕ ਵਿਖੇ ਭੇਜਿਆ ਸੀ। ਇਹਨਾਂ ਨੇ ਸਿਰ ਮੂੰਹ ਮੁੰਨ ਸੁੱਟੇ। ਜੰਮਦਿਆਂ ਦੇ ਹੀ ਇਸ ਕਰਕੇ ਧੱਕੇ ਮਿਲਣਗੇ। ਇਹਨਾਂ ਨੂੰ ਸਿੰਘਾਂ ਨੂੰ ਆਦਰ ਕਿਉਂ ਹੋਂਦਾ ਹੈ? ਇਹ ਗੁਰਾਂ ਦੇ ਹੁਕਮ ਨੂੰ ਮੰਨਦੇ ਹੈ। ਉਹ ਜਟਾ ਜੂਟ ਹੀ ਰਹਿੰਦੇ ਹਨ, ਇਸ ਕਰਕੇ ਸਿੰਘਾਂ ਨੂੰ ਆਦਰ ਹੋਂਦਾ ਹੈ। ਤਾਂ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ, ਸਵਈਏ ਪੜ੍ਹ ਕੇ, ਅੰਮ੍ਰਿਤ ਛਕ ਕੇ ਗਏ, ਉਹਨਾਂ ਨੂੰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਭੇਜ ਦੇਵਣਗੇ। ਜੋ ਸਹਿਜਧਾਰੀ ਹੋਵੇਗਾ ਉਹ ਅੰਮ੍ਰਿਤ ਛਕ ਲਏਗਾ, ਤਾਂ ਵੀ ਉਸ ਦੀ ਗਤੀ ਹੋ ਜਾਵੇਗੀ। ਦੋਹਰਾ। ਆਗਿਆ ਪਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਫਿਰ ਸਤਿਗੁਰਾਂ ਬਚਨ ਕੀਤਾ, ਜੋ ਸਿੱਖ ਧਰਸਾਲ ਵਿਖੇ ਬੈਠ ਕੇ ਪੁੰਨ ਖਾਵੇ ਤੇ ਫਿਰ ਨਿੰਦਾ ਕਰੇ ਸੰਸਾਰ ਦੀ, ਉਹ ਨਰਕ ਦਾ ਅਧਿਕਾਰੀ ਹੈ। ਫਿਰ ਸਿੱਖ ਅਰਜ਼ ਕੀਤੀ, ਸੱਚੇ ਪਾਤਸ਼ਾਹ, ਸਿੱਖਣੀ ਸਾਹਮਦਾਰ ਦੀ ਚੌਂਕੀ ਦੇਵਦੀ ਹੈ ਤੇ ਖੇਡਦੀ ਹੈ, ਤੇ ਉਹ ਕਹਿੰਦੀ ਹੈ, ਜੋ ਚੌਂਕੀ ਦੇਵੇਗੀ ਉਸ ਨੂੰ ਮੈਂ ਪੁੱਤਰ ਦੇਵਾਂਗੀ। ਮੇਰੇ ਘਰ ਪੁੱਤਰ ਨਹੀਂ। ਮਹਾਰਾਜ ਬਚਨ ਕੀਤਾ, ਇਹ ਪਖੰਡ ਕਰਦੀ ਹੈ। ਮਹਾਰਾਜ ਪ੍ਰਤੀਤ ਕਿਸ ਤਰ੍ਹਾਂ ਆਵੇ? ਮਹਾਰਾਜ ਆਖਿਆ, ਜੇਕਰ ਤੂੰ ਅੰਤਰਾ ਲੈਣਾ ਹੈ ਤਾਂ ਤੂੰ ਇਹ ਕਰ, ਸਾਡੀ ਖੜਾਂ ਲੈ ਜਾ, ਇਸ ਨੂੰ 2-3 ਜਾ ਕੇ ਲਗਾ ਦੇ, ਆਪੇ ਬਕ ਪਵੇਗੀ। ਹੁਕਮ ਮੰਨ ਕੇ ਸਿੱਖ ਨੇ ਤਾੜਨਾ ਕੀਤੀ। ਉਹ ਲੱਗੀ ਪੁਕਾਰ ਕਰਨ, ਸਿੱਖਾ ਮੈਨੂੰ ਛੱਡ ਦੇ, ਮੈਂ ਤਾਂ ਆਪਣੀ ਉਪਜੀਵਕਾ ਵਾਸਤੇ ਕਰਨੀ ਹਾਂ ਤੇ ਘਰਦਿਆਂ ਨੂੰ ਡਰਾਵਣੀ ਹਾਂ। ਜੋ ਮੇਰਾ ਡਰ ਰੱਖਣ, ਇਹ ਪਿਛਲੇ ਜਨਮ ਵਿਖੇ ਤੁਰਕਣੀ ਸੀ। ਮਹਾਰਾਜ ਨੇ ਕਿਹਾ, ਇਸ਼ਨਾਨ ਕਰਕੇ ਤੁਰਕ ਦੇ ਨਾਲ ਤੇ ਚੂਹੜੇ ਨਾਲ ਛੋਵੇ ਤਾਂ ਭ੍ਰਿਸ਼ਟ ਹੋ ਜਾਤਾ ਹੈ। ਸ਼ੁੱਧ ਹੋ ਕੇ ਲੰਗਰ ਦੀ ਸੇਵਾ ਕਰੇ, ਸੰਗਤ ਨਿਹਾਲ ਹੋਵੇਗੀ। ਸਤ ਕਰਕੇ ਮੰਨਣਾ, ਸਾਖੀ ਪੂਰੀ ਹੋਈ।